ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਪਿਆਰੇ ਵਿਦਿਆਰਥੀਓ, ਅੱਜ ਆਪਾਂ 10ਵੀਂ ਕਲਾਸ ਦਾ ਜਿਹੜਾ ਨਾਗਰਿਕ ਸ਼ਾਸਤਰ ਦਾ ਵਿਸ਼ਾ ਹੈ ਉਹ ਸੁਣਨ ਜਾ ਰਹੇ ਹਾਂ। ਪਹਿਲਾ ਜਿਹੜਾ ਪਾਠ ਆ ਉਹ ਹੈ ਭਾਰਤੀ ਸੰਵਿਧਾਨ ਦੀਆਂ ਮੂਲ ਵਿਸ਼ੇਸ਼ਤਾਵਾਂ। ਇਹਦੇ ਵਿੱਚ ਪਿਆਰੇ ਵਿਦਿਆਰਥੀਓ, ਮੈਂ ਸਮਝਦਾ ਕਿ ਜਿਹੜੇ ਸਭ ਤੋਂ ਛੋਟੇ ਛੋਟੇ ਪ੍ਰਸ਼ਨ ਹੁੰਦੇ ਆ ਉਹ ਅਹਿਮ ਹੁੰਦੇ ਆ। ਪੇਪਰਾਂ ਦੇ ਵਿੱਚ ਵੀ MCQ ਆਉਂਦਾ ਹੈ, ਸੋ ਮੈਂ ਉਸੇ ਅਨੁਸਾਰ ਤੁਹਾਡੇ ਨਾਲ ਅੱਜ ਛੋਟੇ ਛੋਟੇ ਪ੍ਰਸ਼ਨ ਜਿਹੜੇ 20-25 ਹੈਗੇ ਆ ਉਹ ਤੁਹਾਡੇ ਨਾਲ ਸਾਂਝੇ ਕਰੂੰਗਾ। ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਉਹ ਹੈ ਕਿ ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ। ਪ੍ਰਸ਼ਨ ਧਿਆਨ ਨਾਲ ਸੁਣਨਾ ਹੈ ਕਿ ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ। ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ। ਅੱਗੇ ਪ੍ਰਸ਼ਨ ਆਏਗਾ, ਤੁਹਾਨੂੰ ਕਲੀਅਰ ਹੋ ਜਾਏਗਾ। ਹੋਰ ਦੂਸਰਾ ਸਵਾਲ ਹੈ ਕਿ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ। ਉਹ ਹੋਇਆ ਪਿਆਰੇ ਵਿਦਿਆਰਥੀਓ ਲਾਗੂ 26 ਜਨਵਰੀ 1950 ਨੂੰ। 26 ਜਨਵਰੀ 1950 ਨੂੰ ਸਾਡਾ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਅਗਲਾ ਸਵਾਲ ਹੈ, ਉਹ ਕਹਿੰਦਾ ਵੀ ਇੱਕ ਤਰਕ ਦੇ ਕੇ ਸਪਸ਼ਟ ਕਰੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ। ਉੱਤਰ ਆਪਾਂ ਕਹਾਂਗੇ ਕਿ ਬਿਲਕੁਲ ਸਹੀ ਗੱਲ ਹੈ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ। ਕਿਉਂ? ਕਿਉਂਕਿ ਦੇਸ਼ ਦਾ ਸ਼ਾਸਨ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧ ਚਲਾਉਂਦੇ ਹਨ। ਜਿਹੜੇ ਲੋਕ ਵੋਟਾਂ ਪਾਉਂਦੇ ਨੇ ਉਹਨਾਂ ਦੇ ਜਿਹੜੇ ਪ੍ਰਤੀਨਿਧ ਉਹ ਚੁਣ ਕੇ ਭੇਜਦੇ ਨੇ, ਉਹ ਸ਼ਾਸਨ ਸਾਡੇ 'ਤੇ ਚਲਾਉਂਦੇ ਨੇ। ਇਸ ਕਰਕੇ ਭਾਰਤ ਇੱਕ ਲੋਕਤੰਤਰੀ ਰਾਜ ਹੈ। ਅਗਲਾ ਸਵਾਲ ਹੈ ਕਿ ਭਾਰਤ ਇੱਕ ਧਰਮ ਨਿਰਪੇਖ ਰਾਜ ਕਿਸ ਤਰ੍ਹਾਂ ਹੈ। ਇੱਕ ਉਦਾਹਰਨ ਦੇ ਕੇ ਸਪਸ਼ਟ ਕਰੋ। ਪਿਆਰੇ ਵਿਦਿਆਰਥੀਓ, ਰਾਜ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਉੱਤਰ ਦੇ ਵਿੱਚ ਅਸੀਂ ਲਿਖਾਂਗੇ ਕਿ ਭਾਰਤ ਦਾ ਕੋਈ ਰਾਜ ਧਰਮ ਨਹੀਂ ਹੈ। ਭਾਰਤ ਦਾ ਕੋਈ ਰਾਜ ਧਰਮ ਨਹੀਂ ਹੈ। ਅਗਲਾ ਸਵਾਲ ਹੈ, ਸਮਾਜਵਾਦੀ, ਧਰਮ ਨਿਰਪੇਖ ਅਤੇ ਰਾਸ਼ਟਰ ਦੀ ਏਕਤਾ ਵਾਲੇ ਜਿਹੜੇ ਸ਼ਬਦ ਉਹ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋੜੇ ਗਏ। ਪਿਆਰੇ ਵਿਦਿਆਰਥੀਓ, ਸਾਡੇ ਸੰਵਿਧਾਨ ਵਿੱਚ ਜਦ ਤੋਂ ਬਣਿਆ ਬਹੁਤ ਸਾਰੀਆਂ ਸੋਧਾਂ ਹੋਈਆਂ, ਪਰ ਇੱਕ ਸੋਧ 1976 ਵਿੱਚ ਹੋਈ, ਉਸ ਨੂੰ ਅਸੀਂ 42ਵੀਂ ਸੋਧ ਕਹਿੰਦੇ ਹਾਂ। 42ਵੀਂ ਸੋਧ ਰਾਹੀਂ ਸੰਵਿਧਾਨ ਦੇ ਵਿੱਚ ਇਹ ਸ਼ਬਦ ਜੋੜੇ ਗਏ ਕਿ ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਵਾਲੇ ਸ਼ਬਦ ਸਾਡੇ ਸੰਵਿਧਾਨ ਵਿੱਚ ਹੋਰ ਜੋੜੇ ਗਏ। ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿੱਚੋਂ ਕੌਣ ਵਧੇਰੇ ਸ਼ਕਤੀਸ਼ਾਲੀ ਹੈ। ਉੱਤਰ ਦੇ ਵਿੱਚ ਅਸੀਂ ਲਿਖਾਂਗੇ ਪਿਆਰੇ ਵਿਦਿਆਰਥੀਓ, ਕੇਂਦਰ ਸਰਕਾਰ ਜਿਹੜੀ ਹੈ ਉਹ ਰਾਜ ਸਰਕਾਰਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਜਿਹੜਾ ਪ੍ਰਧਾਨ ਮੰਤਰੀ ਹੈ ਕੇਂਦਰ ਸਰਕਾਰ ਦੇ ਵਿੱਚ, ਉਹ ਰਾਸ਼ਟਰਪਤੀ ਰਾਹੀਂ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਵਰਤ ਸਕਦਾ ਹੈ। ਕੇਂਦਰੀ ਕੈਬਨਿਟ ਜਿਹੜੀ ਹੈਗੀ ਹੈ ਉਹ ਸ਼ਕਤੀਸ਼ਾਲੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਰਾਜ ਸਰਕਾਰਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਨੇ ਨਾਗਰਿਕਾਂ ਨੂੰ ਜਿਹੜੇ ਅਧਿਕਾਰ ਦਿੱਤੇ ਹਨ ਉਹਨਾਂ ਨੂੰ ਕਾਨੂੰਨੀ ਭਾਸ਼ਾ ਵਿੱਚ ਕੀ ਕਹਿੰਦੇ ਹਨ।
ਪਿਆਰੇ ਵਿਦਿਆਰਥੀਓ, ਸਾਡੇ ਸੰਵਿਧਾਨ ਦੇ ਵਿੱਚ ਨਾਗਰਿਕਾਂ ਨੂੰ ਉਹਨਾਂ ਦੀ ਸਹੂਲਤ ਦੇ ਲਈ ਕਈ ਅਧਿਕਾਰ ਦਿੱਤੇ ਗਏ ਨੇ। ਉਹਨਾਂ ਨੂੰ ਕਾਨੂੰਨੀ ਭਾਸ਼ਾ 'ਚ ਕੀ ਕਹਿੰਦੇ ਹੈ ਉਹ ਮੈਂ ਦੱਸਣਾ ਚਾਹਾਂਗਾ ਕਿ ਕਾਨੂੰਨੀ ਭਾਸ਼ਾ ਵਿੱਚ ਨਾਗਰਿਕਾਂ ਦੇ ਦਿੱਤੇ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਕਹਿੰਦੇ ਹੈ। ਕੀ ਕਿਹਾ ਜਾਂਦਾ ਹੈ? ਮੌਲਿਕ ਅਧਿਕਾਰ ਆਖਦੇ ਹਨ, ਫੰਡਾਮੈਂਟਲਸ ਰਾਈਟਸ। ਅਗਲਾ ਸਵਾਲ ਹੈ ਕਿ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਕੀ ਭਾਵ ਹੈ? ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਕੀ ਭਾਵ ਹੈ? ਪਿਆਰੇ ਵਿਦਿਆਰਥੀਓ, ਇਹ ਸਵਾਲ ਕਈ ਵਾਰੀ ਬੱਚਿਆਂ ਨੂੰ ਘੱਟ ਸਮਝ ਆਉਂਦਾ ਹੈ, ਪਰ ਮੈਂ ਇਹਨੂੰ ਸਿੱਧੇ ਤਰੀਕੇ ਨਾਲ ਸਮਝਾਉਣਾ ਹੁੰਦਾ ਕਿ ਨਿਰਦੇਸ਼ਕ ਸਿਧਾਂਤਾਂ ਤੋਂ ਭਾਵ ਕਿ ਸਰਕਾਰਾਂ ਨੂੰ ਮਿਲੇ ਨਿਰਦੇਸ਼ ਤੋਂ ਹੈ। ਵੀ ਰਾਜ ਦੀ ਨੀਤੀ ਦੇ ਮਤਲਬ ਸੰਵਿਧਾਨ ਜਿਹੜਾ ਹੈ ਨਿਰਦੇਸ਼ ਦਿੱਤੇ ਨੇ। ਕੀ ਨਿਰਦੇਸ਼ ਦਿੱਤੇ ਨੇ? ਉਹਨਾਂ ਨੂੰ ਲਾਗੂ ਕਰਨਾ ਜਾਂ ਨਾ ਲਾਗੂ ਕਰਨਾ ਇਹ ਸਰਕਾਰਾਂ ਦੇ ਬਸ ਹੁੰਦਾ ਹੈ। ਇਸ ਕਰਕੇ ਨਿਰਦੇਸ਼ਕ ਸਿਧਾਂਤਾਂ ਤੋਂ ਭਾਵ ਸਰਕਾਰਾਂ ਨੂੰ ਮਿਲੇ ਨਿਰਦੇਸ਼ ਤੋਂ ਹੈ। ਮੌਲਿਕ ਅਧਿਕਾਰਾਂ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਮੁੱਖ ਤੌਰ 'ਤੇ ਕੀ ਫਰਕ ਹੈ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੌਲਿਕ ਅਧਿਕਾਰ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ 'ਚ ਬਹੁਤ ਜ਼ਿਆਦਾ ਅੰਤਰ ਹੈ। ਮੌਲਿਕ ਅਧਿਕਾਰ ਨਿਆਂਯੋਗ ਨੇ। ਜੇ ਤੁਹਾਡੇ ਕੋਈ ਮੌਲਿਕ ਅਧਿਕਾਰਾਂ ਨੂੰ ਕੁਚਲਦਾ ਹੈ ਤਾਂ ਤੁਸੀਂ ਸਿੱਧਾ ਕੋਰਟ 'ਚ ਜਾ ਕੇ ਉਹਨਾਂ ਦਾ ਆਪਣਾ ਹੱਕ ਮੰਗ ਸਕਦੇ ਹੋ, ਚੈਲੰਜ ਕਰ ਸਕਦੇ ਹੋ ਉਹਨਾਂ ਨੂੰ। ਜਦੋਂ ਕਿ ਜਿਹੜੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹ ਨਿਆਂਯੋਗ ਨਹੀਂ ਹਨ। ਜੋ ਨੀਤੀ ਬਣਾਈ ਗਈ ਹੈ, ਨਿਰਦੇਸ਼ਕ ਸਿਧਾਂਤ ਉਹਨੇ ਨਿਰਦੇਸ਼ ਦਿੱਤੇ ਨੇ ਪਰ ਉਹ ਨਿਆਂਯੋਗ ਨਹੀਂ। ਅਸੀਂ ਉਹਨਾਂ ਨੂੰ ਕਿਸੇ ਕੋਰਟ ਵਿੱਚ ਦਰਜ ਨਹੀਂ ਕਰ ਸਕਦੇ ਜਾਂ ਚੈਲੰਜ ਨਹੀਂ ਕਰ ਸਕਦੇ। ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਦਾ ਵਰਣਨ ਕਿਉਂ ਕੀਤਾ ਗਿਆ ਹੈ? ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਸਾਨੂੰ ਅਧਿਕਾਰ ਦਿੱਤੇ ਗਏ ਨੇ ਉਸ ਤਰ੍ਹਾਂ ਸਾਡੇ ਨਾਗਰਿਕਾਂ ਦਾ ਫਰਜ਼ ਵੀ ਬਣਦਾ ਹੈ, ਜਿਨ੍ਹਾਂ ਨੂੰ ਅਸੀਂ ਕਰਤੱਵ ਕਹਿੰਦੇ ਹਾਂ। ਇਹਦਾ ਉੱਤਰ ਅਸੀਂ ਲਿਖਾਂਗੇ ਕਿ ਕਰਤੱਵਾਂ ਤੋਂ ਬਿਨਾਂ ਅਧਿਕਾਰ ਅਧੂਰੇ ਹਨ। ਸਵਾਲ ਸਪਸ਼ਟ ਹੋ ਗਿਆ। ਜਿਹੜੇ ਮੌਲਿਕ ਅਧਿਕਾਰ ਵੀ ਅੰਕਿਤ ਕੀਤੇ ਗਏ ਨੇ ਪਰ ਕਰਤੱਵ ਵੀ ਅੰਕਿਤ ਕੀਤੇ ਗਏ ਨੇ ਕਿ ਭਾਰਤ ਦੇ ਜਿਹੜੇ ਨਾਗਰਿਕ ਨੇ ਜਿੱਥੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਨੇ ਉੱਥੇ ਉਹਨਾਂ ਦੇ ਮੌਲਿਕ ਕਰਤੱਵ ਵੀ ਦਰਸਾਏ ਗਏ ਨੇ, ਕਿਉਂਕਿ ਕਰਤੱਵਾਂ ਤੋਂ ਬਿਨਾਂ ਅਧਿਕਾਰ ਅਧੂਰੇ ਹੁੰਦੇ ਹਨ। ਇਸ ਕਰਕੇ ਜਿਸ ਤਰ੍ਹਾਂ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਰਾਸ਼ਟਰੀ ਏਕਤਾ ਅਤੇ ਅਖੰਡਤਾ, ਇਹ ਸਾਡੇ ਬੜੇ ਵੱਡੇ ਕਰਤੱਵ ਨੇ। ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਵਿੱਚ ਦਰਜ ਕੋਈ ਇੱਕ ਮੌਲਿਕ ਅਧਿਕਾਰ ਦਾ ਵਰਣਨ ਕਰੋ। ਭਾਰਤੀ ਸੰਵਿਧਾਨ ਵਿੱਚ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਅਨੁਸਾਰ ਭਾਰਤ ਦੇ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ। ਧਾਰਮਿਕ ਸੁਤੰਤਰਤਾ ਦਾ ਮਤਲਬ ਕੋਈ ਵੀ ਨਾਗਰਿਕ ਕਿਸੇ ਵੀ ਸਥਾਨ 'ਤੇ ਜਾ ਕੇ ਜਾਂ ਰਹਿ ਕੇ ਕਿਸੇ ਵੀ ਰਾਜ ਵਿੱਚ ਉਹ ਆਪਣਾ ਧਰਮ ਜਿਹੜਾ ਹੈ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦਾ। ਤੋ ਮੇਰਾ ਖਿਆਲ ਹੈ ਕਿ ਗੱਲ ਸਪਸ਼ਟ ਹੋ ਗਈ ਹੋਣੀ ਹੈ ਕਿ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਅਨੁਸਾਰ ਭਾਰਤ ਦੇ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ। ਅਗਲਾ ਸਵਾਲ ਹੈ ਵਿਦਿਆਰਥੀਓ, ਭਾਰਤ ਨੇ ਕਿਸ ਕਿਸਮ ਦੀ ਨਾਗਰਿਕਤਾ ਨੂੰ ਅਪਣਾਇਆ ਹੈ?
ਭਾਰਤ ਨੇ ਕਿਸ ਕਿਸਮ ਦੀ ਨਾਗਰਿਕਤਾ ਨੂੰ ਅਪਣਾਇਆ ਹੈ? ਭਾਰਤ ਵਿੱਚ ਇਕਹਿਰੀ ਨਾਗਰਿਕਤਾ ਨੂੰ ਅਪਣਾਇਆ ਗਿਆ ਹੈ। ਕਿਹੜੀ ਨਾਗਰਿਕਤਾ ਨੂੰ ਅਪਣਾਇਆ ਹੈ? ਇਕਹਿਰੀ ਨਾਗਰਿਕਤਾ ਨੂੰ ਅਪਣਾਇਆ ਗਿਆ ਹੈ। ਆਪਾਂ ਪਹਿਲਾਂ ਇੱਕ ਪ੍ਰਸ਼ਨ ਕਰਕੇ ਗਏ ਆ, ਅਗਲਾ ਪ੍ਰਸ਼ਨ ਆ ਰਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ 10 ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਅੰਕਿਤ ਕੀਤੇ ਗਏ ਹਨ? ਅਸੀਂ ਲਿਖਾਂਗੇ ਕਿ 51A 51A ਵਿੱਚ ਇਹ ਜਿਹੜੇ 10 ਮੌਲਿਕ ਕਰਤੱਵ ਨੇ ਉਹ ਅੰਕਿਤ ਕੀਤੇ ਗਏ ਹਨ। ਅਗਲਾ ਸਵਾਲ ਹੈ ਵਿਦਿਆਰਥੀਓ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਸ ਦੀ ਰੱਖਿਆ ਕਰਦਾ ਹੈ? ਸ਼ੋਸ਼ਣ ਸ਼ਬਦ ਤੋਂ ਹੀ ਸਾਨੂੰ ਇਹ ਪਤਾ ਲੱਗਦਾ ਕਿ ਸ਼ੋਸ਼ਣ ਦਾ ਕੀ ਮਤਲਬ ਹੈ। ਇਹਦਾ ਉੱਤਰ ਹੈ ਕਿ ਗਰੀਬ ਲੋਕਾਂ, ਔਰਤਾਂ, ਬੱਚਿਆਂ, ਬੇਸਹਾਰਿਆਂ ਦੀ ਸ਼ੋਸ਼ਣ ਦੇ ਵਿਰੁੱਧ ਜੇ ਕੋਈ ਗੱਲ ਕਰਦਾ ਤਾਂ ਉਹਨਾਂ ਦੀ ਇਹ ਰੱਖਿਆ ਦਾ ਅਧਿਕਾਰ ਜਿਹੜਾ ਹੈ, ਐਕਟ ਹੈ, ਉਹਦੀ ਰਾਖੀ ਕਰਦਾ ਹੈ। ਅਗਲਾ ਸਵਾਲ ਹੈ 1975 ਵਿੱਚ ਰਾਸ਼ਟਰੀ ਸੰਕਟਕਾਲੀਨ ਘੋਸ਼ਣਾ ਦੇ ਸਮੇਂ ਕਿਹੜੇ ਅਧਿਕਾਰ ਨੂੰ ਨਿਲੰਬਿਤ ਕਰ ਦਿੱਤਾ ਗਿਆ ਸੀ? ਪਿਆਰੇ ਵਿਦਿਆਰਥੀਓ, 1975 ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਐਮਰਜੈਂਸੀ ਲਗਾਈ ਗਈ ਸੀ, ਉਹਦੇ ਸਮੇਂ ਪ੍ਰਸ਼ਨ 'ਚ ਪੁੱਛਿਆ ਗਿਆ ਕਿ ਕਿਹੜਾ ਅਧਿਕਾਰ ਸੀ ਜਿਨ੍ਹਾਂ ਨੂੰ ਨਿਲੰਬਿਤ ਕਰ ਦਿੱਤਾ ਸੀ। ਉਹ ਸੀ ਸੰਵਿਧਾਨ ਦਾ ਨਾਂ, ਅਧਿਕਾਰ ਦਾ ਨਾਂ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨੂੰ, ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨੂੰ ਮਤਲਬ ਕਿ ਐਮਰਜੈਂਸੀ ਟਾਈਮ ਵਿੱਚ ਨਿਲੰਬਿਤ ਕਰ ਦਿੱਤਾ ਸੀ। ਅਗਲਾ ਸਵਾਲ ਹੈ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ? ਪਿਆਰੇ ਵਿਦਿਆਰਥੀਓ, ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਜਾਂ ਲੇਖ ਹੁੰਦਾ ਹੈ ਜਿਹਦੇ ਅਨੁਸਾਰ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ। ਸਵਾਲ ਸਮਝ ਆ ਗਿਆ ਹੋਵੇਗਾ ਕਿ ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੈ ਜਾਂ ਉਹ ਲੇਖ ਹੈ ਜਿਸ ਦੇ ਰਾਹੀਂ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ ਅਤੇ ਸਰਕਾਰਾਂ ਨੂੰ ਉਸ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ। ਸੰਵਿਧਾਨ ਦੀ ਪ੍ਰਸਤਾਵਨਾ, ਅਗਲਾ ਪ੍ਰਸ਼ਨ ਹੈ ਸੰਵਿਧਾਨ ਦੀ ਪ੍ਰਸਤਾਵਨਾ ਕੀ ਪ੍ਰਗਟ ਕਰਦੀ ਹੈ? ਉੱਤਰ ਹੈ ਪ੍ਰਸਤਾਵਨਾ ਸੰਵਿਧਾਨ ਦੇ ਮੂਲਭੂਤ ਟੀਚਿਆਂ ਨੂੰ ਪ੍ਰਗਟ ਕਰਦੀ ਹੈ। ਸੰਵਿਧਾਨ ਪ੍ਰਸਤਾਵਨਾ ਸੰਵਿਧਾਨ ਦੇ ਮੂਲਭੂਤ ਟੀਚਿਆਂ ਨੂੰ ਪ੍ਰਗਟ ਕਰਦੀ ਹੈ। ਅਗਲਾ ਸਵਾਲ ਹੈ ਭਾਰਤੀ ਸੰਵਿਧਾਨ ਦੀਆਂ 2 ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਕਿ ਦੁਨੀਆ ਦਾ ਸਭ ਤੋਂ ਵੱਡਾ ਅਤੇ ਵਿਸਥਾਰਤ ਸੰਵਿਧਾਨ ਹੈ। ਪਿਆਰੇ ਵਿਦਿਆਰਥੀਓ, ਅਸੀਂ ਪਹਿਲੀ ਸੰਵਿਧਾਨ ਦੀ ਵਿਸ਼ੇਸ਼ਤਾ 'ਚ ਲਿਖਾਂਗੇ ਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਦੇਸ਼ ਬਾਕੀ ਦੇਸ਼ਾਂ ਦੇ ਮਤਲਬ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਸਭ ਤੋਂ ਵੱਡਾ ਸਾਡਾ ਜਿਹੜਾ ਸੰਵਿਧਾਨ ਆ ਉਹ ਲਿਖਿਆ ਗਿਆ। ਅਤੇ ਲਿਖਣ ਦੇ ਨਾਲ ਜਦੋਂ ਵੱਡਾ ਹੋਇਆ ਤਾਂ ਫਿਰ ਵਿਸਥਾਰ ਤਾਂ ਹੋਏਗਾ ਹੀ। ਵਿਸਥਾਰ ਦੇ ਵਿੱਚ ਉਹਦਾ ਵਰਣਨ ਕੀਤਾ ਗਿਆ। ਦੂਸਰੀ ਜਿਹੜੀ ਉਹਦੀ ਵਿਸ਼ੇਸ਼ਤਾ ਉਹ ਹੈ ਕਿ ਇਹ ਸੰਵਿਧਾਨ ਸਾਡਾ ਪ੍ਰਭੂਤਾ ਸੰਪੰਨ, ਪ੍ਰਭੂਸੱਤਾ ਸੰਪੰਨ ਵਿਸ਼ੇਸ਼ਤਾ ਇਸ ਦੀ ਹੈ। ਹੋਰ ਵੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ। ਸੰਘਾਤਮਕ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ? ਸੰਘਾਤਮਕ ਸੰਵਿਧਾਨ ਤੋਂ ਭਾਵ ਅਜਿਹਾ ਸੰਵਿਧਾਨ ਹੈ ਜਿਹੜਾ ਕਿਸੇ ਦੇਸ਼ ਵਿੱਚ ਸੰਘ ਦੀ ਸਥਾਪਨਾ ਕਰਦਾ ਹੈ। ਸੰਘਾਤਮਕ ਸੰਵਿਧਾਨ ਤੋਂ ਭਾਵ
ਅਜਿਹਾ ਸੰਵਿਧਾਨ ਜਿਹੜਾ ਕਿਸੇ ਦੇਸ਼ ਵਿੱਚ ਸੰਘ ਦੀ ਸਥਾਪਨਾ ਕਰਦਾ ਹੈ ਉਸ ਨੂੰ ਸੰਘਾਤਮਕ ਸੰਵਿਧਾਨ ਕਹਿੰਦੇ ਹਨ। ਹੁਣ ਅੱਗੇ ਪ੍ਰਸ਼ਨ ਦੇ ਨਾਲ ਤੁਹਾਨੂੰ ਹੋਰ ਗੱਲ ਸਮਝ ਆ ਜਾਏਗੀ। ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ। ਸੰਘੀ ਸੰਵਿਧਾਨ ਵਿੱਚ ਕੇਂਦਰੀ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਜਿਹੜਾ ਸੰਘੀ ਸੰਵਿਧਾਨ ਹੈ ਉਹਦੇ ਵਿੱਚ ਕੇਂਦਰ ਤੇ ਰਾਜਾਂ ਦੇ ਵਿਚਕਾਰ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਸੰਵਿਧਾਨ ਦੇਸ਼ ਵਿੱਚ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਜਿਹਨਾਂ ਨੂੰ ਅਸੀਂ ਕੋਰਟਾਂ ਕਹਿੰਦੇ ਹਾਂ, ਹਾਈ ਕੋਰਟ, ਸੁਪਰੀਮ ਕੋਰਟ। ਪਿਆਰੇ ਵਿਦਿਆਰਥੀਓ, ਸੁਪਰੀਮ ਕੋਰਟ ਸਾਡੇ ਇੱਕ ਹੈ ਜਿਹੜੀ ਦਿੱਲੀ ਦੇ ਵਿੱਚ ਹੈ। ਸੋ ਨਿਆਂਪਾਲਿਕਾ ਦੀ ਵੀ ਉਹ ਸਥਾਪਨਾ ਕਰਦਾ ਹੈ। ਅਗਲਾ ਸਵਾਲ ਹੈ, ਭਾਰਤੀ ਨਾਗਰਿਕਾਂ ਦੇ ਕੋਈ 4 ਅਧਿਕਾਰ ਲਿਖੋ। ਭਾਰਤੀ ਨਾਗਰਿਕਾਂ ਦੇ 4 ਅਧਿਕਾਰਾਂ ਦੇ ਵਿੱਚੋਂ ਪਹਿਲਾ ਅਧਿਕਾਰ ਆਉਂਦਾ ਹੈ ਸਮਾਨਤਾ ਦਾ ਅਧਿਕਾਰ, ਬਰਾਬਰਤਾ ਦਾ ਅਧਿਕਾਰ। ਦੂਸਰਾ ਹੈ ਸੁਤੰਤਰਤਾ ਦਾ ਅਧਿਕਾਰ, ਫਰੀडम। ਤੀਸਰਾ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਚੌਥਾ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਹ 4 ਅਧਿਕਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਅਗਲਾ ਜਿਹੜਾ ਸਵਾਲ ਹੈ ਉਹ ਹੈ, ਭਾਰਤੀ ਨਾਗਰਿਕਾਂ ਦੇ ਕੋਈ 2 ਸੰਵਿਧਾਨਕ ਕਰਤੱਵ ਦੱਸੋ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਕਿ ਭਾਰਤੀ ਨਾਗਰਿਕਾਂ ਨੂੰ ਜਿੱਥੇ ਅਧਿਕਾਰ ਵੀ ਮਿਲੇ ਨੇ ਉੱਥੇ ਸੰਵਿਧਾਨ ਨੇ ਕਰਤੱਵ ਵੀ ਦੱਸੇ ਨੇ। ਪਹਿਲਾ ਕਰਤੱਵ ਹੈ ਸੰਵਿਧਾਨ ਦੀ ਪਾਲਣਾ ਕਰਨਾ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ। ਦੂਸਰਾ ਕਰਤੱਵ ਹੈ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ। ਇਹ ਸਾਡੇ ਕਰਤੱਵ ਹਨ। ਅਗਲਾ ਸਵਾਲ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਜਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਸਾਡੇ ਸੰਵਿਧਾਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ। ਅਗਲਾ ਸਵਾਲ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਅਖੀਰਲਾ ਪ੍ਰਸ਼ਨ ਹੋਏਗਾ ਕਿ ਭਾਰਤੀ ਸੰਵਿਧਾਨ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ, ਜਿਵੇਂ ਪ੍ਰਭੂਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰੀ, ਗਣਤੰਤਰ। ਸਭ ਤੋਂ ਪਹਿਲਾ ਪੁਆਇੰਟ ਹੈ ਪ੍ਰਭੂਤਾ ਸੰਪੰਨ, ਸੋਵਰਨਿਟੀ। ਪ੍ਰਭੂਤਾ ਸੰਪੰਨ ਤੋਂ ਭਾਵ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੈ। ਵੀ ਰਾਜ ਜਿਹੜਾ ਸਾਡਾ ਭਾਰਤ, ਜਿਹੜਾ ਸਾਡਾ ਦੇਸ਼ ਹੈ, ਉਹਦੇ 'ਤੇ ਬਾਹਰੀ ਰੂਪ 'ਤੇ ਕੋਈ ਵੀ ਕੰਟਰੋਲ ਨਹੀਂ ਹੈ। 1947 ਤੋਂ ਪਹਿਲਾਂ ਸਾਡਾ ਦੇਸ਼ ਆਜ਼ਾਦ ਨਹੀਂ ਸੀ। ਅਸੀਂ ਉਸ ਨੂੰ ਉਸ ਟਾਈਮ ਪ੍ਰਭੂਤਾ ਸੰਪੰਨ ਨਹੀਂ ਕਹਿ ਸਕਦੇ ਸੀ। ਸੋ ਹੁਣ ਸਾਡਾ ਦੇਸ਼ ਆਜ਼ਾਦ ਹੈ, ਇਸ ਕਰਕੇ ਅਸੀਂ ਇਸ ਨੂੰ ਪ੍ਰਭੂਤਾ ਸੰਪੰਨ ਰਾਜ ਕਹਾਂਗੇ। ਧਰਮ ਨਿਰਪੱਖ, ਦੂਸਰਾ ਪੁਆਇੰਟ ਹੈ ਧਰਮ ਨਿਰਪੱਖ। ਧਰਮ ਨਿਰਪੱਖ ਰਾਜ ਵਿੱਚ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ ਅਤੇ ਧਰਮ ਦੇ ਆਧਾਰ 'ਤੇ ਨਾਗਰਿਕਾਂ ਦੇ ਨਾਲ
ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟਿਆ ਕਿ ਜਿਹੜਾ ਰਾਜ ਹੈ, ਰਾਜ ਦਾ ਆਪਣਾ ਕੋਈ ਧਰਮ ਨਹੀਂ, ਪਰ ਰਾਜ ਦੇ ਵਿੱਚ ਵਸਦੇ ਲੋਕਾਂ ਨੂੰ ਧਰਮ ਅਪਣਾਉਣ ਦੇ ਵਿੱਚ ਵੀ ਉਹ ਅਧਿਕਾਰ ਦਿੰਦਾ ਹੈ, ਧਾਰਮਿਕ ਆਜ਼ਾਦੀ ਦਿੰਦਾ ਹੈ। ਪਰ ਰਾਜ ਜਿਹੜਾ ਹੈ ਉਹ ਧਰਮ ਨਿਰਪੱਖ ਹੁੰਦਾ ਹੈ। ਅਗਲਾ ਪੁਆਇੰਟ ਹੈ ਸਮਾਜਵਾਦੀ। ਸਮਾਜਵਾਦੀ ਰਾਜ ਤੋਂ ਭਾਵ ਹੈ ਕਿ ਅਜਿਹਾ ਰਾਜ ਜਿਸ ਤੋਂ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਖੇਤਰ ਦੇ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਪ੍ਰਾਪਤ ਹੋਵੇ। ਇਸ ਵਿੱਚ ਅਮੀਰ ਗਰੀਬ ਦਾ ਭੇਦਭਾਵ ਨਹੀਂ ਹੁੰਦਾ। ਇਸ ਨੂੰ ਸਮਾਜਵਾਦ ਕਹਿੰਦੇ ਆ। ਅੱਗੇ ਆ ਗਿਆ ਲੋਕਤੰਤਰਿਕ। ਲੋਕਤੰਤਰਿਕ ਜਾਂ ਲੋਕਤੰਤਰ। ਲੋਕਤੰਤਰ ਰਾਜ ਤੋਂ ਭਾਵ ਇਹ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਹਨ। ਬਰਾਬਰ ਅਧਿਕਾਰ ਪ੍ਰਾਪਤ ਹਨ। ਲੋਕਤੰਤਰਿਕ ਦਾ ਮਤਲਬ ਇਹ ਹੈ। ਗਣਤੰਤਰ। ਗਣਤੰਤਰ ਤੋਂ ਭਾਵ ਇਹ ਹੈ ਕਿ ਰਾਜ ਦਾ ਮੁਖੀ ਕੋਈ ਰਾਜਾ ਨਹੀਂ ਹੋਵੇਗਾ। ਉਹ ਨਿਰਧਾਰਤ ਸਮੇਂ ਲਈ ਅਪਰਤੱਖ ਰੂਪ ਨਾਲ ਚੁਣਿਆ ਗਿਆ ਦੇਸ਼ ਦਾ ਰਾਸ਼ਟਰਪਤੀ ਹੋਵੇਗਾ। ਸੋ ਇਹ ਤੁਹਾਡੇ 5 ਜਿਹੜੇ ਪੁਆਇੰਟ ਸੀ ਸਾਡੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ, ਤੁਹਾਡੇ ਨਾਲ ਮੈਂ ਇਹ ਸਾਂਝੇ ਕੀਤੇ ਹੈ। ਕੁੱਲ ਜਿਸ ਤਰ੍ਹਾਂ ਕਿ ਪਹਿਲਾਂ ਵੀ ਇੱਕ ਪੁਆਇੰਟ ਆਇਆ ਸੀ, ਮੈਂ ਉਹਨੂੰ ਕਲੀਅਰ ਕਰ ਦਿੰਦਾ ਕਿ ਸੰਵਿਧਾਨਕ ਉਪਚਾਰਾਂ ਦਾ ਜਿਹੜਾ ਅਧਿਕਾਰ ਹੁੰਦਾ ਹੈ ਉਹ 'ਚ ਕੀ ਵਰਣਨ ਕੀਤਾ ਜਾਂਦਾ ਹੈ। ਸੰਵਿਧਾਨ ਰਾਹੀਂ ਨਾਗਰਿਕਤਾ ਨੂੰ, ਸੰਵਿਧਾਨ ਦੇ ਰਾਹੀਂ ਨਾਗਰਿਕਾਂ ਨੂੰ ਪਿਆਰੇ ਬੱਚਿਓ ਅਧਿਕਾਰ ਦਿੱਤਾ ਜਾਣਾ ਹੀ ਕਾਫੀ ਨਹੀਂ, ਤੇ ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਤੇ ਰਾਖੀ ਕਰਨੀ ਵਧੇਰੇ ਮਹੱਤਵਪੂਰਨ ਹੈ। ਇਸੇ ਉਦੇਸ਼ ਦੇ ਨਾਲ ਭਾਰਤੀ ਸੰਵਿਧਾਨ ਵਿੱਚ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਦਾ ਵਰਣਨ ਕੀਤਾ ਗਿਆ ਹੈ। ਇਹਦੇ ਅਨੁਸਾਰ ਜੇ ਕੋਈ ਸਰਕਾਰੀ ਕੰਮ ਨਾਗਰਿਕਾਂ ਦੇ ਅਧਿਕਾਰ ਦੇ ਵਿਰੁੱਧ ਹੋਵੇ ਤਾਂ ਨਾਗਰਿਕ ਉਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਨੇ। ਕਿਸੇ ਕੰਮ ਨੂੰ ਜੇ ਸਰਕਾਰ ਕਰਦੀ ਹੈ ਕੋਈ, ਪਰ ਉਹ ਅਧਿਕਾਰਾਂ ਦੇ ਵਿਰੁੱਧ ਹੈ, ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਹੈ, ਤਾਂ ਜਿਹੜੇ ਨਾਗਰਿਕ ਨੇ ਉਹ ਅਦਾਲਤ ਵਿੱਚ ਜਾ ਕੇ ਉਸ ਨੂੰ ਚੁਣੌਤੀ ਦੇ ਸਕਦੇ ਹੈ। ਇਹੋ ਜਿਹੇ ਕੰਮਾਂ ਨੂੰ ਅਦਾਲਤ ਗੈਰ ਸੰਵਿਧਾਨਕ ਜਾਂ ਰੱਦ ਵੀ ਐਲਾਨ ਕਰ ਸਕਦੀ ਹੈ। ਪਰ ਜਿਸ ਤਰ੍ਹਾਂ 1975 'ਚ ਹੋਇਆ ਸੀ ਕਿ ਸੰਕਟ ਕਾਲ ਦੇ ਦੌਰਾਨ ਹੀ ਇਸ ਅਧਿਕਾਰ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸੰਵਿਧਾਨ ਦੀ ਇਹ ਜਿਹੜੀ ਵਿਵਸਥਾ ਇਹ ਬੜੀ ਖਤਰਨਾਕ ਤੇ ਅਲੋਕਤੰਤਰੀ ਹੈ। ਅਣਲੋਕਤੰਤਰੀ ਕਹੋ ਕਿ ਜਿਹੜੇ ਅਧਿਕਾਰ ਨੇ ਉਹ ਕੁਚਲ ਦਿੱਤੇ ਜਾਂਦੇ ਨੇ। ਇਸ ਕਰਕੇ ਇਹ ਸੰਵਿਧਾਨਕ ਉਪਚਾਰਾਂ ਦੇ ਅਧਿਕਾਰਾਂ ਦਾ ਜਿਹੜਾ ਵਰਣਨ ਹੈ ਉਹ ਸਾਡੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈ। ਸੋ ਵਿਦਿਆਰਥੀਓ, ਮੇਰਾ ਖਿਆਲ ਹੈ ਕਿ ਤੁਹਾਨੂੰ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਤੁਸੀਂ ਇਸ ਨੂੰ ਬਾਰ-ਬਾਰ ਚਲਾ ਕੇ ਆਪਣੀਆਂ ਕਾਪੀਆਂ 'ਤੇ ਨੋਟ ਕਰੋਗੇ। ਧੰਨਵਾਦ। रेडियो दुआबा रेडियो दुआबा रेडियो दुआबा रेडियो। जी हाँ, दुआबा रेडियो।